6 ਜੂਨ 1984 ਸਿੱਖ ਹਿਰਦਿਆਂ ਨੂੰ ਵਲੂੰਦਰੀ ਇਹ ਤਾਰੀਖ ਹਰ ਸਾਲ ਸਿੱਖ ਕੌਮ ਉੱਪਰ ਝੁੱਲੀ ਉਸ ਹਨੇਰੀ ਨੂੰ ਬਿਆਨ ਕਰ ਜਾਂਦੀ ਹੈ ਜੋ ਮੁਕੱਦਸ ਸ੍ਰੀ ਦਰਬਾਰ ਸਾਹਿਬ ਉੱਪਰ ਫੌਜ ਚਾੜ ਸੈਂਕੜੇ ਸਿੰਘ ਸ਼ਹੀਦ ਕਰ ਦਿੱਤੇ ਗਏ ਸਨ। 38 ਸਾਲ ਬੀਤ ਗਏ ਨੇ। ਹਰ ਸਾਲ ਹਮਲੇ ਦੇ ਜ਼ਖਮ ਅੱਜ ਵੀ ਅੱਲੇ ਨੇ। ਜੂਨ 1984 ਵਿੱਚ ਭਾਰਤੀ ਫੌਜਾਂ ਨਾਲ ਦਸਤ ਪੰਜਾ ਲੈਣ ਵਾਲੇ ਰਾਜਸਥਾਨ ਦੇ ਸਿੱਖ ਆਗੂ ਤੇਜਿੰਦਰਪਾਲ ਸਿੰਘ ਟੀਮਾ ਨੇ ਕਿਹਾ ਕਿ ਹਰ ਸਾਲ ਜੂਨ ਦੇ ਮਹੀਨੇ ਸਾਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ ਤੇ ਕੌਮੀ ਭਵਿੱਖ ਘੜਨ ਲਈ ਸਿਰ ਜੋੜ ਕੇ ਵਿਚਾਰ ਕਰਨੀ ਚਾਹੀਦੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਰਦਾਰ ਟੀਮਾ ਨੇ ਕਿਹਾ ਕਿ ਬੀਤੇ ਦਿਨ 4 ਜੂਨ ਸੀ। ਦਿਮਾਗ ਵਿੱਚ ਉਹੀ ਤਸਵੀਰ ਘੁੰਮ ਰਹੀ ਸੀ ਕਿ ਕਿਵੇਂ ਕਿੱਥੇ ਲੜੇ ਤੇ ਕਿਸ ਤਰ੍ਹਾਂ ਪੁਲਿਸ ਦੀ ਹਿਰਾਸਤ ਵਿੱਚ ਆਏ, ਕਿਵੇਂ ਦੇ ਹਾਲਾਤ ਸੀ, ਕਿਵੇਂ ਤੁੰਬਾ ਲਾਸ਼ਾਂ ਵਿਛੀਆਂ ਹੋਈਆਂ ਸੀ, ਕਿਵੇਂ ਮਲਬਾ ਖਿਲ ਰਿਹਾ ਸੀ। ਨਾਲ ਹੀ ਵਾਰ-ਵਾਰ ਇਹ ਯਾਦ ਆ ਰਿਹਾ ਸੀ ਕਿ ਕੱਲ 6 ਜੂਨ ਹੈ, ਜਿੱਥੇ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਉੱਥੇ ਬੈਠਣਾ ਜਿੱਥੇ ਸੰਤਾਂ ਨੇ ਸ਼ਹਾਦਤ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਕੁਰਬਾਨੀ ਬਾਰੇ ਸੋਚਦੇ ਨਹੀਂ। ਜੇਕਰ ਕਦੀ ਅਸੀਂ ਬੈਠਣ ਤੋਂ ਪਹਿਲਾਂ ਸੋਚ ਲਈਏ ਕਿ ਜਿੱਥੇ ਅਸੀਂ ਬੈਠੇ ਹਾਂ ਉੱਥੇ ਸੰਤਾਂ ਦੀ ਦੇਹ ਪਈ ਹੋਈ ਸੀ, ਭਾਈ ਅਮਰੀਕ ਸਿੰਘ ਦੀ ਦੇਹ ਪਈ ਹੋਈ ਸੀ, ਅਸੀਂ ਉਹ ਯਾਦ ਨਹੀਂ ਕਰਦੇ ਤੇ ਸਾਰਾ ਕੁਝ ਭੁੱਲ ਜਾਂਦੇ ਹਾਂ। ਸਰਦਾਰ ਟੀਮਾ ਨੇ ਕਿਹਾ ਕਿ ਅੱਜ ਸਮਾਂ ਹੈ ਅਸੀਂ ਉਹਨਾਂ ਹਾਲਾਤਾਂ ਤੋਂ ਕੋਈ ਸਬਕ ਲਈਏ, ਬੈਠ ਕੇ ਕੌਮ ਦੀ ਦਸ਼ਾ ਅਤੇ ਦਿਸ਼ਾ ਤੈਅ ਕਰੀਏ। ਵੀ ਸਾਰੀ ਕੌਮ ਇਕੱਠੀ ਹੋਵੇ, ਉੱਥੇ ਬੈਠੋ। ਬਿਲਕੁਲ ਉੱਥੇ ਬੈਠ ਕੇ ਤੁਸੀਂ ਘੱਟੋ ਘੱਟ ਅੱਖਾਂ ਬੰਦ ਕਰਕੇ ਸੋਚੋ ਯਾਰ, ਜਿਸ ਥਾਂ ਤੇ ਬੈਠੇ ਹੋ ਇਸ ਥਾਂ ਤੇ ਸ਼ਹੀਦਾਂ ਦੇ ਸਰੀਰ ਲੱਗੇ। ਇਸ ਥਾਂ ਤੇ ਅਸੀਂ ਪੁਰਾਤਨ ਦੀ ਗੱਲ ਨਹੀਂ ਕਰ ਰਹੇ। ਜਿਵੇਂ ਗਿਆਨੀ ਪਿੰਦਰਪਾਲ ਕਥਾ ਕਰਦੇ ਵੀ ਇੱਕ ਸਿਲ ਥੱਲੇ ਹਜ਼ਾਰਾਂ ਸੈਂਕੜੇ ਲੋਕਾਂ ਦੇ ਜਿਹੜੇ ਆ ਸਿਰ ਲੱਗੇ ਆ। ਮੈਂ ਤਾਂ ਵਰਤਮਾਨ ਸਮੇਂ ਦੀ ਗੱਲ ਕਰ ਰਿਹਾ ਜੀ। ਅਸੀਂ ਉਹ ਸੰਤਾਪ ਪਿੰਡੇ ਤੇ ਹੰਡਾਏ ਆ। ਅਸੀਂ ਕੋਈ ਅਖਬਾਰਾਂ ਨਹੀਂ ਪੜ੍ਹਿਆ, ਅਸੀਂ ਟੀਵੀ ਤੇ ਨਹੀਂ ਵੇਖਿਆ, ਅਸੀਂ ਸੰਤਾਪ ਹੰਡਾਏ। ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ, ਰੱਬ ਦਾ ਵਾਸਤਾ ਜੇ ਕੌਮ ਨੂੰ ਪਿਆਰ ਕਰਦੇ ਹੋ ਨਾ ਤੇ ਆਓ ਇੱਥੇ ਬੈਠੋ, ਅੱਖਾਂ ਬੰਦ ਕਰਕੇ ਇਕਾਗਰਤਾ ਮਨ ਕਰੋ। ਅਸੀਂ 20ਵੀਂ ਸਦੀ ਦੇ ਮਹਾਨ ਜਰਨੈਲ ਨੂੰ ਆਪਣਾ ਆਦਰਸ਼ ਮੰਨਦੇ ਹਾਂ ਤੇ ਰੱਬ ਦਾ ਵਾਸਤਾ ਜੇ ਆਦਰਸ਼ ਮੰਨਦੇ ਹੋ ਤੇ ਉਹਨਾਂ ਦੀ ਪੈੜਾਂ 'ਚ ਕਦਮ ਰੱਖ ਕੇ ਚੱਲਣ ਦੀ ਜਾਚ ਵੀ ਸਿੱਖੋ। ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿੱਚ ਅੱਜ ਨੀਲਾ ਤਾਰਾ ਸਾਕਾ ਦੀ 38ਵੀਂ ਵਰਸੀ ਉੱਤੇ ਇਕੱਠੇ ਹੋਏ ਬੁੱਧੀਜੀਵੀ ਚਿੰਤਕਾਂ ਨੇ ਅੱਜ ਵਿਚਾਰ ਚਰਚਾ ਕੀਤੀ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਧਾਰ ਬਣਾਉਣ ਵਾਲੀਆਂ ਪਾਰਟੀਆਂ ਦੀਆਂ ਪਹਿਲੀਆਂ ਨੀਤੀਆਂ ਨੂੰ ਤਿਲਾਂਜਲੀ ਦੇ ਕੇ ਵੱਡੇ ਬਹੁਗਿਣਤੀ ਹਿੰਦੂ ਸਮਾਜ ਵਿੱਚ ਆਪਣਾ ਆਧਾਰ ਬਣਾਉਣ ਦੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਸੇ ਨੀਤੀ ਅਧੀਨ ਇੰਦਰਾ ਗਾਂਧੀ ਨੇ RSS ਦੇ ਮੁਖੀ ਬਾਲਾਜੀ ਦੇਵਰਸ ਨਾਲ ਸਿਆਸੀ ਨੇੜਤਾ ਖੜੀ ਕਰਕੇ ਬਹੁਗਿਣਤੀ ਹਿੰਦੂ ਭਾਵਨਾਵਾਂ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ ਸੀ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਉਪ ਚੇਅਰਮੈਨ ਪ੍ਰੋਫੈਸਰ ਬਾਵਾ ਸਿੰਘ ਨੇ ਕਿਹਾ ਕਿ ਅਖਬਾਰਾਂ ਅਤੇ ਸਰਕਾਰੀ ਮੀਡੀਆ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਨੂੰ ਸੱਤਾ ਦੇ ਜ਼ੋਰ ਨਾਲ ਵਰਤ ਕੇ ਅਕਾਲੀਆਂ ਵੱਲੋਂ ਉਠਾਈਆਂ ਪੰਜਾਬ ਦੀਆਂ ਮੰਗਾਂ ਨੂੰ ਫਿਰਕੂ ਰੰਗਤ ਦਿੱਤੀ। ਦਰਬਾਰ ਸਾਹਿਬ ਤੋਂ ਅਗਸਤ 1982 ਵਿੱਚ ਆਰੰਭ ਕੀਤੇ ਧਰਮ ਯੁੱਧ ਮੋਰਚੇ ਨੂੰ ਵੱਖਵਾਦੀ, ਅੱਤਵਾਦੀ ਅਤੇ ਦੇਸ਼ ਦੇ ਟੁਕੜੇ ਕਰਨ ਵਾਲੀ ਮੁਹਿੰਮ ਦੱਸਿਆ। ਕਿਉਂਕਿ ਸਟੇਟ ਨੂੰ ਤਾਂ ਹਮੇਸ਼ਾ ਟੈਰਰਿਸਟ ਮੂਵਮੈਂਟ ਦੀਆਂ ਸਟਰਾਂਗ ਕਰਦੀਆਂ, ਭਾਵੇਂ ਉਹ ਅਮਰੀਕਾ ਦੇ ਵਿੱਚ ਹੋਇਆ ਜਿਹੜਾ 11 ਦਾ ਕੀ ਕਹਿੰਦੇ ਆ, ਉਸ ਤੋਂ ਬਾਅਦ ਉੱਥੋਂ ਦੀ ਵਾਈਟ ਸਟੇਟ ਜਿਹੜੀਆਂ ਉਹ ਤਕੜੀਆਂ ਹੋਈਆਂ। ਹਿੰਦੁਸਤਾਨ ਦੇ ਵਿੱਚ ਵੀ ਜਦੋਂ ਕਿ ਇਹੋ ਜਿਹੀ ਮੂਵਮੈਂਟ ਚੱਲੇਗੀ, ਭਾਵੇਂ ਉਹ ਨਕਸਲਾਈਟ ਮੂਵਮੈਂਟ ਚੱਲੇ, ਭਾਵੇਂ ਉਹ ਜਿਹੜੀ ਸਿੱਖ ਖਾੜਕੂਆਂ ਦੀ ਹੋਵੇ, ਵਾਈਟ ਫੋਰਸਿਸ ਤਕੜੀਆਂ ਹੁੰਦੀਆਂ। ਕਿੰਨੇ ਪੁਲਿਸ ਜ਼ਿਲ੍ਹੇ ਬਣੇ, ਕਿੰਨੇ ਪੁਲਿਸ ਨੂੰ ਵੱਧ ਅਧਿਕਾਰ ਮਿਲੇ, ਕਿੰਨੇ ਪੁਲਿਸ ਨੂੰ ਵੈਪਨਸ ਮਿਲੇ, ਕਿੰਨੇ ਪੁਲਿਸ ਨੂੰ ਜਿਹੜੇ ਨਵੇਂ ਕਾਨੂੰਨ ਬਣੇ। ਤਾਂ ਸਾਨੂੰ ਸਾਡੀ ਲੀਡਰਸ਼ਿਪ ਨੂੰ ਇਹ ਵੀ ਧਿਆਨ 'ਚ ਰੱਖ ਕੇ ਚੱਲਣਾ ਪਏਗਾ। ਸਟੇਟ ਨੇ ਕਦੇ ਮਾਫ ਨਹੀਂ ਕਰਨਾ, ਸਟੇਟ ਨੇ ਕਦੇ ਸਾਡੀ ਹੈਲਪ ਨਹੀਂ ਕਰਨੀ। ਸਾਡੀ ਆਪਣੀ ਲੀਡਰਸ਼ਿਪ ਜਿਹੜੀ ਮਾਈਨੋਰਿਟੀਜ਼ ਦੀ ਹੈ, ਭਾਵੇਂ ਅੱਜ ਮੁਸਲਮਾਨ ਫਸੇ ਹੋਏ ਹੈ, ਭਾਵੇਂ ਕ੍ਰਿਸਚੀਅਨ ਕੱਲ ਨੂੰ ਫਸਣ, ਭਾਵੇਂ ਸਿੱਖ ਆਪਾਂ ਤਾਂ ਫਸ ਹੀ ਰਹੇ ਹਾਂ ਹੁਣ ਤੱਕ। ਪਰ ਮੈਨੂੰ ਅਜੇ ਤੱਕ ਵੀ ਉਹ ਕਿਰਨਾ ਜਿਹੜੀ ਆ ਉਹ ਹੋਪ ਦੀ ਕੋਈ ਵਿਖਾਈ ਨਹੀਂ ਦਿੰਦੀ ਵੀ ਸਾਡੀ ਲੀਡਰਸ਼ਿਪ ਹੁਣ ਤੱਕ ਬਹੁਤਾ ਕੁਝ ਅਚੀਵ ਕਿਉਂ ਨਹੀਂ ਕਰ ਸਕੀ। ਇਸ ਸੰਬੰਧੀ ਡਾਕਟਰ ਪਿਆਰਾ ਲਾਲ ਗਰਗ ਨੇ ਕਿਹਾ ਕਿ ਅਖਬਾਰਾਂ ਮੀਡੀਆ ਨੇ ਵੀ ਸਰਕਾਰੀ ਪ੍ਰੋਪੇਗੈਂਡਾ ਦੀ ਮਸ਼ੀਨ ਦਾ ਰੂਪ ਧਾਰਿਆ, ਪੰਜਾਬੀਆਂ ਨੂੰ ਫਿਰਕੂ ਲੀਹਾਂ ਉੱਤੇ ਵੰਡਿਆ। ਦਰਬਾਰ ਸਾਹਿਬ ਨੂੰ ਅਪਰਾਧੀਆਂ ਦਾ ਅੱਡਾ, ਸਿੱਖ ਭਾਈਚਾਰੇ ਨੂੰ ਪਾਕਿਸਤਾਨੀ ਸਾਜ਼ਿਸ਼ ਦਾ ਭਾਗੀਦਾਰ ਪ੍ਰਚਾਰਦਿਆਂ ਸਿੱਖਾਂ ਨੂੰ ਅੱਤਵਾਦੀ ਅਤੇ ਹਿੰਦੂਆਂ ਦੇ ਕਾਤਲ ਗਰਦਾਨਿਆ ਗਿਆ ਹੈ। ਲੜਾਉਣ ਦੀ ਜਿਹੜੀ ਸਟੇਟ ਦੀ ਚਾਲ ਹੈ, ਡੀਪ ਸਟੇਟ ਦੀ, ਉਹ ਚਾਲ ਕਿਉਂ ਹੈ, ਉਹ ਕਿਹਦੇ ਹਿੱਤ ਵਾਸਤੇ ਹੈ, ਇਹ ਗੱਲ ਦਾ ਸਾਨੂੰ ਧਿਆਨ ਰੱਖਣਾ ਪਊਗਾ। ਜਿਹੜਾ ਸਰਮਾਏਦਾਰ ਕਾਰਪੋਰੇਟ ਸਾਰੇ ਸਰੋਤਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਲੋਕਾਂ ਨੂੰ ਪੰਗੂ ਬਣਾਉਣਾ ਚਾਹੁੰਦਾ ਹੈ, ਲੋਕਾਂ ਨੂੰ ਆਪਦੇ ਗੁਲਾਮ ਬਣਾਉਣਾ ਚਾਹੁੰਦਾ ਹੈ, ਉਹ ਇਹ ਨਹੀਂ ਚਾਹੇਗਾ ਕਿ ਇੱਥੇ ਡੈਮੋਕ੍ਰੇਸੀ ਰਹੇ। ਸਿਆਸਤ ਵੀ ਉਹ ਮੁਨਾਫਿਆਂ ਦੀ ਸਿਰਜਣੀ ਹੈ, ਉਹ ਲੋਕਾਂ ਦਾ ਘਾਣ ਕਰਦੀ ਹੈ, ਉਹ ਦਰਬਾਰ ਸਾਹਿਬ ਤੇ ਹਮਲਾ ਕਰਦੀ ਹੈ, ਉਹ ਅਕਾਲ ਤਖਤ ਸਾਹਿਬ ਨੂੰ ਢਾਹ ਦਿੰਦੀ ਹੈ, ਉਹ ਬਾਬਰੀ ਮਸਜਿਦ ਨੂੰ ਢਾਹ ਦਿੰਦੀ ਹੈ, ਉਹ 84 ਦੇ ਵਿੱਚ ਕਤਲੇਆਮ ਨੂੰ ਦੰਗੇ ਕਹਾ ਦਿੰਦੀ ਹੈ, ਉਹ 2002 ਦੇ ਵਿੱਚ ਮੁਸਲਮਾਨਾਂ ਦਾ ਵਡਾਂਗਾ ਕਰਾ ਦਿੰਦੀ ਹੈ, ਜਦੋਂ ਸ਼ਹੀਦ ਬਾਗ ਦੇ ਵਿੱਚ ਬੰਦੇ ਮਾਰ ਕੇ ਗਟਰ ਦੇ ਵਿੱਚ ਸੁੱਟੇ ਤੇ ਕੇਸ ਵੀ ਉਹਨਾਂ ਦੇ ਉੱਤੇ ਬਣਾਤੇ ਕਿ ਹਮਲੇ ਇਹਨਾਂ ਨੇ ਕਰੇ ਨੇ, ਤੇ ਜਾਂ ਫਿਰ
देश के गद्दारों को गोली मारो सालों को लेके जाती है, वो स्टेट है ਜਿਹੜੀ स्टेट किसी होर के हित पूरा करना चाहती है और ਉਹਦੇ ਜਿਹੜਾ ਇਹ ਸਮਝਣਾ ਵੀ ਅੰਤਰਰਾਸ਼ਟਰੀ ਏਜੰਸੀਆਂ ਦਾ ਕੋਈ ਭੂਮਿਕਾ ਨਹੀਂ ਹੈ, ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਵੀ ਹੈਗੀਆਂ ਨੇ। ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਇੱਕ ਪਾਸੇ ਸਿੱਖ ਭਾਈਚਾਰੇ ਨੂੰ ਦੈਂਤ ਵਜੋਂ ਪੇਸ਼ ਕਰਨ ਦੀ ਮੁਹਿੰਮ ਜਾਰੀ ਰੱਖੀ, ਦੂਸਰੇ ਪਾਸੇ ਇੰਦਰਾ ਗਾਂਧੀ ਦੀ ਸਰਕਾਰ ਨੇ ਧਰਮ ਯੁੱਧ ਮੋਰਚੇ ਦੇ 22 ਮਹੀਨਿਆਂ ਦੌਰਾਨ ਅਕਾਲੀ ਲੀਡਰਾਂ ਨਾਲ ਪੰਜਾਬ ਦੀਆਂ ਮੰਗਾਂ ਦੇ ਸਬੰਧ ਵਿੱਚ 26 ਮੀਟਿੰਗਾਂ ਕਰਨ ਦਾ ਪ੍ਰਪੰਚ ਰਚਿਆ। ਬਹੁਗਿਣਤੀ ਦੀਆਂ ਭਾਵਨਾਵਾਂ ਨੂੰ ਭੀੜ ਤੰਤਰ ਵਿੱਚ ਬਦਲਣ ਲਈ ਸਿੱਖਾਂ ਨੂੰ ਦੇਸ਼ ਧਰੋਹੀ ਪੇਸ਼ ਕਰਕੇ ਅਨੰਦਪੁਰ ਸਾਹਿਬ ਮਤੇ ਨੂੰ ਦੇਸ਼ ਤੋੜਨ ਦਾ ਦਸਤਾਵੇਜ਼ ਗਰਦਾਨਿਆ। ਪੰਜਾਬ ਵਿੱਚ ਹਿੰਸਾ ਨੂੰ ਸਰਕਾਰੀ ਹੇਰਾਫੇਰੀ ਰਾਹੀਂ ਚਰਮ ਸੀਮਾ ਉੱਤੇ ਪਹੁੰਚਾ ਦਿੱਤਾ। ਇਸ ਤਰ੍ਹਾਂ ਸਿਰਜੇ ਮਾਹੌਲ ਵਿੱਚ ਭਾਜਪਾ ਅਤੇ ਖੱਬੇ ਪੱਖੀ ਵਿਰੋਧੀ ਪਾਰਟੀਆਂ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਦੀ ਮੰਗ ਕਰਨ ਲੱਗ ਪਈਆਂ ਸਨ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਫੌਜੀ ਹਮਲੇ ਦੌਰਾਨ ਤਬਾਹ ਹੋਏ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੁਖਾਂਤ ਘਟਨਾਵਾਂ ਨੇ ਸਿੱਖ ਫੌਜੀਆਂ ਲਈ ਧਾਰਮਿਕ ਪੱਧਰ ਉੱਤੇ ਬਹੁਤ ਦੁਖਦਾਈ ਸੀ ਅਤੇ ਕਈ ਬਗਾਵਤ ਦੇ ਰਾਹ ਪੈਦਾ ਹੋ ਗਏ ਸਨ। ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ 1 ਮਹੀਨੇ ਦੇ ਅੰਦਰ ਇੰਦਰਾ ਗਾਂਧੀ ਸਰਕਾਰ ਨੇ ਫੌਜੀ ਹਮਲੇ ਨੂੰ ਸਹੀ ਕਰਾਰ ਦੇਣ ਲਈ ਵਾਈਟ ਪੇਪਰ ਜਾਰੀ ਕਰ ਦਿੱਤਾ ਸੀ। 1947 ਦੀ ਪੰਜਾਬ ਵੰਡ ਦੀ ਤਰਜ਼ ਉੱਤੇ ਦਰਬਾਰ ਸਾਹਿਬ ਅੰਦਰ ਮਾਰੇ ਗਏ ਆਮ ਲੋਕਾਂ ਦੀਆਂ ਸਹੀ ਲਿਸਟਾਂ ਨਹੀਂ ਕੀਤੀਆਂ ਗਈਆਂ। ਉਸ ਵੇਲੇ ਜੋ ਮੈਂ ਮਹਿਸੂਸ ਕੀਤਾ, ਮੈਂ ਬਾਅਦ ਚ ਧਿਆਨ ਕੀਤਾ, ਮੈਂ ਖੁਦ ਉਸ ਵੇਲੇ ਸਿੱਖ ਪਲਟਨ ਪ੍ਰੀਡੋਮੀਨੈਂਟ ਸਿੱਖ ਪਲਟਨ ਕਮਾਂਡ ਕਰ ਰਿਹਾ ਸੀ ਤੇ ਜੋ ਕੁਝ ਬਾਅਦ ਚ ਇਹ ਸਾਹਮਣੇ ਆਇਆ ਕਿ ਉੱਥੇ ਫੌਜ ਨੂੰ ਜਿਹੜੇ ਛੋਟੇ ਅਧਿਕਾਰੀ ਸਨ ਉਹਨਾਂ ਨੂੰ ਬਰੀਫ ਵੀ ਨਹੀਂ ਕੀਤਾ ਗਿਆ ਔਰ ਜੋ ਅਤਿਆਚਾਰ ਮੁਲਕ ਢਾਏ ਔਰ ਖਾਸ ਤੌਰ ਤੇ ਕਿ ਸਿੱਖ ਨੌਜਵਾਨਾਂ ਦੇ ਤੇ ਹੈ ਹੀ ਹੈ ਸੀ, ਸਿੱਖ ਫੌਜੀਆਂ ਤੇ ਉਹਦੀ ਮੈਂ ਸਿਰਫ 1-2 ਐਗਜ਼ਾਮਪਲ ਦੇਣੀਆਂ ਨੇ ਕਿ ਇੱਕ ਸਿੱਖ ਪਲਟਨ ਪੁੰਛ ਦੇ ਵਿੱਚ ਮੈਂ ਕਮਾਂਡ ਕਰ ਰਿਹਾ ਸੀ, ਤੋਪਖਾਨੇ ਦੀ 2 ਬੈਟੀਆਂ ਸਿੱਖ ਤੇ 2 ਗ੍ਰਾਮ। ਲਾਗੇ ਪਰਲੇ ਪਾਸੇ ਇੱਕ ਸਿੱਖ ਪਲਟਨ ਸੀ, ਮੈਂ ਉਹਦਾ ਨਾਮ ਵੀ ਲਿਆ, ਸਿੱਖ ਪਲਟਨ ਗੁਰਪੁਰ ਵਿਖੇ, ਤੇ ਉੱਥੇ ਗੜਬੜ ਜਿਹੀ ਸ਼ੁਰੂ ਹੋਈ। ਗੜਬੜ ਕਿਸ ਤਰ੍ਹਾਂ ਸ਼ੁਰੂ ਹੋਈ? ਅੱਜ ਦੇ ਦਿਨ ਹੀ ਉਹ 2IC ਉੱਥੇ ਪਲਟਨ ਦਾ ਕਹਿ ਲਗਾ ਕਿ ਸੰਤ ਨਹੀਂ ਰਹੇ, ਜਸ਼ਨ ਮਨਾਓ, ਮੁਰਗੇ ਖਾਓ। ਤੇ ਮੇਰਾ ਕਹਿਣ ਤੋਂ ਮਕਸਦ ਇਹੋ ਹੀ ਹੈ ਕਿ ਇਹ ਅਸੀਂ ਜਿਹੜੇ ਫੌਜ ਦੇ ਵਿੱਚ ਅਗਰ ਕੋਈ ਕਿਸੇ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਹੈ, ਅਗਰ ਇਹੋ ਜਿਹੇ ਕੰਮ ਹੁੰਦੇ ਨੇ, ਉਹਦਾ ਪ੍ਰਭਾਵ ਇਹ ਵਿਤਕਰਾ ਤੇ ਚੱਲਦਾ ਆਇਆ। 47 ਤੋਂ ਗੱਲ ਕੀਤੀ ਇਹਨਾਂ ਨੇ ਸ਼ੁਰੂ, ਡਾਕਟਰ ਸਾਹਿਬ ਕਰ ਰਹੇ ਸੀਗੇ, ਉਹ ਤੋਂ ਲੈ ਕੇ ਸਾਰਿਆਂ ਨੇ ਕੀਤੀ ਹੈ, ਉਹ ਹੁਣ ਤੱਕ ਚੱਲਦਾ ਆ ਰਿਹਾ। ਇੱਥੋਂ ਤੱਕ ਕਿ ਵੱਡੀਆਂ ਜਿਹੜੀਆਂ ਮੀਟਿੰਗਾਂ ਸਨ ਉਹਦੇ 'ਚ ਵੀ ਨਹੀਂ ਜਾਣ ਦਿੱਤਾ ਗਿਆ, ਉਹਦੇ ਵਿੱਚ ਵੀ ਸਿੱਖਾਂ ਨੂੰ ਥੋੜਾ ਪਾਸੇ ਕਰਤਾ ਗਿਆ। ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਕਿਹਾ ਕਿ ਹਮਲਾ ਕਰਨ ਪਿੱਛੋਂ ਝੂਠੇ ਦਾਅਵੇ ਕੀਤੇ ਗਏ ਕਿ ਦਰਬਾਰ ਸਾਹਿਬ ਅੰਦਰੋਂ ਖਾਲਿਸਤਾਨ ਦਾ ਐਲਾਨ ਹੋਣ ਵਾਲਾ ਸੀ, ਜਿਸ ਨੂੰ ਪਾਕਿਸਤਾਨ ਵੱਲੋਂ ਮਾਨਤਾ ਦੇਣ ਦੀ ਯੋਜਨਾ ਸੀ, ਜਦੋਂ ਕਿ ਫੌਜੀ ਹਮਲਾ ਹੋਣ ਤੋਂ ਬਾਅਦ ਵੀ ਦਰਬਾਰ ਸਾਹਿਬ ਅੰਦਰੋਂ ਦੋਹਾਂ ਸੰਤਾਂ ਹਰਚੰਦ ਸਿੰਘ ਲੌਂਗੋਵਾਲ ਅਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਖਾਲਿਸਤਾਨ ਦਾ ਐਲਾਨ ਕਰਨ ਤੋਂ ਕੋਰੀ ਨਾ ਕਰ ਦਿੱਤੀ ਸੀ। ਉਸ ਵੇਲੇ ਕੁਰਬਾਨੀ ਤੁਸੀਂ ਧਰਮ ਵਾਸਤੇ ਦਿੰਦੇ ਸੀ, ਹੁਣ ਸਿਆਸਤ ਵਾਸਤੇ ਦਿੰਦੇ ਆ। ਦੱਸੋ ਇੱਕ ਦਾ ਨਾਮ ਦੱਸੋ, ਸਵਾਇ ਨਛੱਤਰ ਸਿੰਘ ਦੇ ਜਿਹੜਾ 84 ਚ ਮਾਰਿਆ ਗਿਆ ਹੋਵੇ, ਜਿਹੜੇ ਸਾਡੇ ਉੱਥੋਂ ਦੇ ਇੰਚਾਰਜ ਸੀਗੇ, ਜਿਨ੍ਹਾਂ ਨੂੰ ਤੁਸੀਂ ਸਾਰਾ ਕੁਝ ਸੰਭਾਇਆ, ਅਸੀਂ ਸੰਭਾਇਆ, ਸਭ ਨੇ ਸੰਭਾਇਆ, ਉਹ ਕਿੱਥੇ ਸੀਗੇ? ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਉਸ ਵੇਲੇ ਨੈਸ਼ਨਲ ਲੈਵਲ ਦੇ ਉੱਪਰ ਜਿਹੜੇ ਸੀਗੇ ਸਿੱਖ ਕਿੰਨੇ ਸੀਗੇ? ਦਰਬਾਰਾ ਸਿੰਘ, ਜ਼ੈਦ ਸਿੰਘ, ਬੂਟਾ ਸਿੰਘ, ਬਾਦਲ ਸਾਹਿਬ ਤੇ ਟੌੜਾ ਸਾਹਿਬ। ਇਹਨਾਂ ਨੂੰ ਕਦੇ ਕਿਸੇ ਨੇ ਪੁੱਛਿਆ ਕਿ ਤੁਸੀਂ ਕਿੱਥੇ ਸੀ ਉਸ ਵੇਲੇ? ਆਪਸ ਦੀ ਇਹਨਾਂ ਦੀ ਜਿਹੜੀ ਸੀ ਉਹ ਜਿਹਨੂੰ ਕਹਿੰਦੇ ਖਹਿਬਾਜੀ, ਉਸਨੇ ਸਾਰਾ ਕੁਝ ਕਰਾਇਆ। ਔਰ ਇਹ ਮੈਂ ਉਹਨਾਂ ਨੂੰ ਸਤ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਲੀਡਰ ਨਹੀਂ, ਉਹ ਧਾਰਮਿਕ ਆਗੂ ਸਨ। ਧਾਰਮਿਕ ਆਗੂ ਜੋ ਕਹਿੰਦਾ ਹੈ ਉਹ ਕਰਦਾ ਹੈ। ਉਹ ਆਪਣੇ ਵਚਨ ਦੇ ਪੱਕੇ ਸੀ ਔਰ ਉਹਨਾਂ ਨੇ ਉਹ ਵਚਨ ਨਿਭਾਇਆ। ਉਹਨਾਂ ਦੀ ਮਤ ਨਾਲ ਸਹਿਮਤ ਹੋਣਾ ਨਾ ਹੋਣਾ ਇਹ ਹਰ ਇੱਕ ਬੰਦੇ ਦਾ ਆਪੋ ਆਪਣਾ ਹੈ। ਰਾਜਵਿੰਦਰ ਸਿੰਘ ਰਾਹੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੌਜੀ ਹਮਲੇ ਵਿੱਚ ਨੁਕਸਾਨੀ ਗਈ ਵੱਡਮੁੱਲੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈਣ ਬਾਰੇ ਅਪਣਾਏ ਉਦਾਸੀਨ ਰਵੱਈਏ ਦਾ ਕੱਚਾ ਚਿੱਠਾ ਖੋਲ੍ਹਿਆ। ਜਾਂ ਹੋਰ ਸਿੱਖ ਸੰਸਥਾਵਾਂ ਬੈਠੀਆਂ ਨੇ ਬਹੁਤ ਤੌਰ ਤੇ ਕਾਰਜ ਨਾਲ ਜੁੜੀਆਂ ਹੋਈਆਂ, ਉਹ ਆਪਦੀ ਕੋਈ ਕਮੇਟੀ ਬਣਾਉਣ ਜਾਂ ਕੋਈ ਕੇਸ ਪਾਉਣ ਜਾਂ ਕੋਈ ਕਾਰਤਾ ਦੇ ਜਹੇਦਾਰ ਨੂੰ ਬੰਦ, ਤੁਸੀਂ ਕੌਮ ਨੂੰ ਜਵਾਬ ਦੇਵੋ ਗਈ ਕਿੱਥੇ ਸੋ। ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ, ਤੁਸੀਂ ਖੁਰਦ-ਬੁਰਦ ਕੀਤੀ ਹੈ। ਜੋ ਕੁਝ ਫੌਜ ਨੇ ਕੀਤਾ, ਜੋ ਕੁਝ ਜ਼ਬਰ ਕੀਤਾ, ਉਹ ਇੱਕ ਵੱਖਰਾ ਮਾਮਲਾ। ਤੁਸੀਂ ਤਾਂ ਉਦੋਂ ਵੀ ਵੱਡਾ ਧੋਖਾ ਕਰ ਗਏ। तो जिम्मे बल्कि एक शेर है ना, इधर उधर की बात कर, मैं पूछता हूँ काफिला क्यों लूटा,
मुझे राह जनों से गंज नहीं, तेरी राहबरी का सवाल है। ਬੁੱਧੀਜੀਵੀਆਂ ਦੇ ਇਕੱਠ ਨੇ ਮਤਾ ਪਾਸ ਕੀਤਾ ਕਿ ਉਸ ਸਮੇਂ ਰੱਖੀ ਗਈ ਬਹੁਗਿਣਤੀ ਰਾਜ ਪ੍ਰਬੰਧ ਦੀ ਨੀਂਹ ਅੱਜਕੱਲ ਭਾਜਪਾ ਦੇ ਹਿੰਦੂ ਰਾਸ਼ਟਰ ਖੜਾ ਕਰਨ ਦੇ ਅਮਲ ਵਿੱਚ ਬਦਲ ਗਈ ਹੈ ਅਤੇ ਕਾਂਗਰਸ ਵੱਲੋਂ ਧਰਮ ਨਿਰਪੱਖ ਸਿਆਸਤ ਨੂੰ ਮੁੜ ਖੜੀ ਕਰਨ ਦੀਆਂ ਕੋਸ਼ਿਸ਼ਾਂ ਫੇਲ ਹੋ ਰਹੀਆਂ ਨੇ। ਹੁਣ ਹਿੰਦੂ ਰਾਸ਼ਟਰ ਆਲਰੇਡੀ ਬਣਾ ਚੁੱਕੇ ਆ, ਇਹ ਸਿਰਫ ਲੋਕਾਂ ਨੂੰ ਅਵੇਕਨ ਕਰਨ ਦੀ ਜ਼ਰੂਰਤ ਹੈ ਔਰ ਉਹਦੇ ਵਿੱਚ ਸਭ ਤੋਂ ਵੱਡਾ ਰੋਲ, ਮੈਂ ਇੱਥੇ ਆਉਣ ਤੋਂ ਪਹਿਲਾਂ ਕਿਸੇ ਵੱਡੇ ਸਿੱਖ ਲੀਡਰ ਨੂੰ ਮਿਲ ਕੇ ਆਇਆ, ਮੈਂ ਕਿ ਤੁਸੀਂ ਪੋਲਿਟਿਕਸ ਛੱਡ ਦਿਓ, ਸਿੱਖੀ ਬਚਾਓ। ਜਿੰਨਾ ਚਿਰ ਸਿੱਖੀ ਨਹੀਂ ਬਚੇਗੀ ਉਨਾ ਚਿਰ ਹਿੰਦੂ ਰਾਸ਼ਟਰ ਵੰਡ ਤੋਂ ਨਹੀਂ ਰੋਕਿਆ ਜਾ ਸਕਦਾ। ਇਸ ਕਰਕੇ ਸਭ ਤੋਂ ਪਹਿਲਾਂ ਸਾਨੂੰ ਸਿੱਖੀ ਨੂੰ ਬਚਾਉਣ ਵਾਸਤੇ ਕੀ ਉਪਰਾਲੇ ਕਰ ਰਹੇ ਆ, ਉਹਦੇ ਲਈ ਐਫਰਟ ਕਰਨੀ ਚਾਹੀਦੀ ਆ, ਬ੍ਰੇਨਸਟੋਰਮ ਕਰਨੀ ਚਾਹੀਦੀ ਆ ਕਿ ਕਿਸ ਤਰ੍ਹਾਂ ਨੂੰ ਬਚਾਇਆ ਜਾਵੇ। ਇੱਕ ਹੋਰ ਬਹੁਤ ਵੱਡੀ ਗੱਲ ਜਿਹੜੀ ਮੈਂ ਕੱਲ ਕਹੀ ਸੀ ਕਿ ਬਹੁਤ ਵੱਡਾ ਦੁਖਾਂਤ ਸਿੱਖੀ ਅੱਜ ਵਰਲਡ ਦੇ ਵਿੱਚ, ਕਿਆ ਹਿੰਦੁਸਤਾਨ 'ਚ ਰਾਜ ਹੁੰਦਾ ਭਾਰਤ ਵਿੱਚ, ਅਗਰ ਡਾਕਟਰ ਅੰਬੇਦਕਰ ਉਦੋਂ 6 ਕਰੋੜ ਲੋਕਾਂ ਨੂੰ ਸਿੱਖ ਬਣਾਉਣਾ ਚਾਹੁੰਦੇ ਸੀ, ਉਹ ਗਲਤੀਆਂ ਦੋਨਾਂ ਪਾਸੇ ਦੀਆਂ, ਮੈਂ ਇਕੱਲੇ ਡਾਕਟਰ ਸਿੱਖਾਂ ਦੀ ਨਹੀਂ ਗੱਲ ਕਰਦਾ, ਡਾਕਟਰ ਸਾਹਿਬ ਤੋਂ ਵੀ ਗਲਤੀ ਹੋਈ ਹੈ। ਉੱਤੇ ਇੱਕ ਕਿਤਾਬ ਲਿਖੀ ਗਈ ਆ ਮਲ ਸਿੰਘ ਵੱਲੋਂ, ਉਹਨੇ ਬਹੁਤ ਕਲੀਅਰ ਕੀਤਾ। ਅੱਜ ਫੇਰ ਦਲਿਤਾਂ ਨੂੰ ਸਿੱਖੀ ਦੇ ਵਿੱਚ ਅਡਾਪਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਜੇ ਕੰਪੋਜ਼ਿਟ ਸੁਸਾਇਟੀ ਪੰਜਾਬ ਦੀ ਸਾਡੀ ਉਹਨੂੰ ਬਚਾਇਆ ਜਾ ਸਕੇ, ਤਾਂ ਹੀ ਬਚ ਸਕਦੀ। ਅੱਜ 6 ਜੂਨ ਨੂੰ ਘੱਲੂਘਾਰਾ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਅਕਾਲ ਤਖਤ ਸਾਹਿਬ ਵਿਖੇ ਸਿੱਖ ਲੀਡਰਸ਼ਿਪ ਕਰ ਰਹੀ ਹੈ, ਜਿੱਥੇ 38 ਸਾਲ ਪਹਿਲਾਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਨਿੱਜੀ ਸਿਆਸੀ ਸੌੜੇ ਹਿੱਤਾਂ ਲਈ ਫੌਜੀ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਉਡਾ ਦਿੱਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮ ਵਿੱਚ ਹਜ਼ਾਰਾਂ ਸ਼ਰਧਾਲੂ ਗੁਰੂ ਘਰ ਮੱਥਾ ਟੇਕਣ ਪਹੁੰਚੇ ਸਨ, ਜੋ ਫੌਜੀ ਹਮਲਿਆਂ ਨਾਲ ਸ਼ਹੀਦ ਹੋ ਗਏ ਸਨ। ਸ੍ਰੀ ਦਰਬਾਰ ਸਾਹਿਬ ਵਿੱਚ ਜੂਨ 1984 ਚ ਵਾਪਰੇ ਇਸ ਕਿਆਮਤ ਵਾਲੇ ਦਿਨ ਨੂੰ ਘੱਲੂਘਾਰਾ ਦਿਵਸ ਵਜੋਂ ਕੌਮ ਯਾਦ ਕਰਦੀ ਹੈ, ਜਿਸ ਦੇ ਜ਼ਖਮ ਅੱਜ ਵੀ ਅੱਲੇ ਨੇ। ਇਸ ਤਬਾਹੀ ਦਾ ਕਿਸੇ ਵੀ ਸਰਕਾਰ ਨੇ ਇਨਸਾਫ ਅੱਜ ਤੱਕ ਨਹੀਂ ਕੀਤਾ। ਭਾਰਤ ਦੀ ਸਭ ਤੋਂ ਪ੍ਰਸਿੱਧ ਖੁਫੀਆ ਏਜੰਸੀ ਰॉ ਰਿਸਰਚ ਤੇ ਵਿਸ਼ਲੇਸ਼ਣ ਤੋਂ ਸੇਵਾ ਮੁਕਤ ਹੋਏ ਜੀਬੀਐਸ ਸਿੱਧੂ ਆਈਪੀਐਸ ਨੇ ਆਪਣੀ ਨਵੀਂ ਛਪੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਬਾਰੇ ਅਹਿਮ ਇੰਕਸ਼ਾਫ ਕਰਦਿਆਂ ਸਪਸ਼ਟ ਕੀਤਾ ਕਿ ਇੰਦਰਾ ਗਾਂਧੀ ਦੀ ਗਲਤ ਸੋਚ ਅਤੇ ਸੱਤਾ ਦੀ ਭੁੱਖ ਨੇ ਪੰਜਾਬ ਬਰਬਾਦ ਕੀਤਾ, ਜਿਸ ਦਾ ਖਮਿਆਜਾ ਸਿੱਖ ਕੌਮ ਨੂੰ ਭੁਗਤਣਾ ਪਿਆ ਹੈ। ਸਿੱਖ ਨਸਲ ਕੁਸ਼ੀ ਦਿੱਲੀ ਕਰਵਾਈ ਗਈ। ਅਣਮਨੁੱਖੀ ਦੰਗਿਆਂ ਵਿੱਚ ਸਿੱਖ ਤੇ ਉਹਨਾਂ ਦੇ ਬੱਚੇ, ਔਰਤਾਂ, ਲੜਕੀਆਂ ਜਿਉਂਦੀਆਂ ਸਾੜੀਆਂ ਗਈਆਂ, ਜਾਇਦਾਦਾਂ ਦੀ ਲੁੱਟ ਕੀਤੀ ਗਈ, ਪਰ ਅੱਜ ਤੱਕ ਇਨਸਾਫ ਨਿਆਂਪਾਲਿਕਾ ਨੇ ਨਹੀਂ ਦਿੱਤਾ। ਦੇਸ਼ ਵਿਦੇਸ਼ ਦੇ ਵੱਖ-ਵੱਖ ਮੁਲਕਾਂ 'ਚ ਡਿਊਟੀ ਕਰਨ ਗਏ ਸਿੱਧੂ ਨੇ ਪ੍ਰਕਾਸ਼ਿਤ ਕਿਤਾਬ ਦੇ ਹਵਾਲੇ ਦੇ ਨਾਲ ਕਿਹਾ ਕਿ 1978-79 ਤੋਂ ਪਹਿਲਾਂ ਖਾਲਿਸਤਾਨ ਦੀ ਮੰਗ ਦਾ ਕੋਈ ਜ਼ਿਆਦਾ ਉਭਾਰ ਨਹੀਂ ਸੀ, ਪਰ ਇੰਦਰਾ ਗਾਂਧੀ ਦੀ ਮਰਜ਼ੀ ਨਾਲ ਸਾਜ਼ਿਸ਼ ਉਸ ਦੇ ਬੇਟੇ ਸੰਜੇ ਗਾਂਧੀ ਤੇ ਉਸ ਦੀ ਮੌਤ ਬਾਅਦ ਰਾਜੀਵ ਗਾਂਧੀ ਨੇ ਰਚੀ ਸੀ। ਉਹ ਖੁਦ ਵਿਦੇਸ਼ਾਂ ਵਿੱਚ ਗਏ ਜਿੱਥੇ ਸਿੱਖ ਵਸੋ ਸੀ, ਪਰ ਉੱਥੇ ਅਜਿਹਾ ਕੁਝ ਵੀ ਨਹੀਂ ਸੀ। ਉਹਨਾਂ ਕਿਤਾਬ ਵਿੱਚ ਦਾਅਵਾ ਕੀਤਾ ਕਿ ਕੇਵਲ 2 ਸਿੱਖਾਂ ਰਾਹੀਂ ਇਸ ਦਾ ਪ੍ਰਚਾਰ ਕਰਵਾਇਆ ਗਿਆ। ਉਹ ਕੈਨੇਡਾ ਵਿੱਚ ਉਸ ਸਮੇਂ ਦੇ ਰਾਜਦੂਤ ਗੁਰਦਿਆਲ ਸਿੰਘ ਢਿੱਲੋਂ ਨੂੰ ਵੀ ਮਿਲੇ, ਜਿਨ੍ਹਾਂ ਪੰਜਾਬ ਦੀਆਂ ਹਿੰਦੀ ਪੰਜਾਬੀ ਦੀਆਂ ਅਖਬਾਰਾਂ ਦੇ ਹਵਾਲੇ ਨਾਲ ਦੱਸਿਆ ਕਿ ਹਿੰਦੂ ਸਿੱਖ ਬੜੇ ਭੜਕੇ ਨੇ। ਉਹਨਾਂ ਵਾਪਸੀ ਤੇ ਹਵਾਈ ਉਡਾਨ ਦੌਰਾਨ ਸੋਚਿਆ ਕਿ ਇੱਕ ਪਰਿਵਾਰ ਤੇ ਉਸਦੇ ਸੱਤਾ ਦੀ ਲਾਲਸਾ ਵਿੱਚ ਵਰਤਿਆ ਜਾ ਰਿਹਾ ਹੈ। ਉਹ ਰਾਹ ਦੇ ਬਾਨੀ ਆਰਐਨ ਕਾਊ ਤੇ ਹੋਰ ਖੁਫੀਆ ਅਧਿਕਾਰੀਆਂ ਦੇ ਨਾਲ ਕੰਮ ਕਰਦੇ ਰਹੇ, ਜਿੱਥੇ ਵਾਪਰ ਰਹੀਆਂ ਸਾਜ਼ਿਸ਼ਾਂ ਦਾ ਪਤਾ ਲੱਗਿਆ ਕਿ ਸਾਕਾ ਨੀਲਾ ਤਾਰਾ ਆਪਰੇਸ਼ਨ ਨੂੰ ਅੰਜਾਮ ਦੇਣ ਲਈ ਅਸਲ ਸ਼ੁਰੂਆਤ ਸੰਜੇ ਗਾਂਧੀ ਨੇ 1981 ਵਿੱਚ ਕਰਵਾਈ, ਜਦ ਉਸਨੇ ਇੰਦਰਾ ਗਾਂਧੀ ਨੂੰ ਦੱਸਿਆ ਕਿ 1985 ਦੀਆਂ ਚੋਣਾਂ ਵਿੱਚ ਜਿੱਤ ਲਈ ਪੰਜਾਬ ਦੇ ਸਿੱਖ ਵਰਤੇ ਜਾਣਗੇ ਤਾਂ ਜੋ ਹਿੰਦੂ ਭਾਈਚਾਰੇ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।